ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨਾਂ ਵਿੱਚ ਗ੍ਰਾਮ ਸਭਾ ਦੀ ਭੂਮਿਕਾ ਨੂੰ ਲੈ ਕੇ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਸ਼ੁਕਰੀਆ। ਹਮੀਰ ਜੀ, ਕਿਸਾਨਾਂ ਵੱਲੋਂ ਕੱਲ੍ਹ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਕਿਸਾਨਾਂ ਤੋਂ ਇਲਾਵਾ ਹੋਰ ਤਬਕਿਆਂ ਵੱਲੋਂ ਵੀ ਜਿਹੜਾ ਹੈਗਾ ਸਮਰਥਨ ਦੇ ਦਿੱਤਾ ਗਿਆ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਕਿਸਾਨਾਂ ਨੇ ਜਿੱਥੇ ਇਹ ਸੰਘਰਸ਼ ਸ਼ੁਰੂ ਕੀਤਾ ਸੀਗਾ, ਉੱਥੇ ਹੀ ਉਹਨਾਂ ਨੇ ਗ੍ਰਾਮ ਸਭਾਵਾਂ ਤੋਂ ਜਿਹੜਾ ਹੈਗਾ ਮਤੇ ਪਵਾਉਣ ਦਾ ਵੀ ਫੈਸਲਾ ਲੈ ਲਿੱਤਾ ਹੈ ਅਤੇ ਅੱਜ ਕਿਸਾਨਾਂ ਨੇ ਪੰਜਾਬ ਭਰ ਦੇ ਵਿੱਚ ਰੇਲਵੇ ਟਰੈਕ ਰੋਕੇ ਗਏ ਨੇ, ਜੋ ਕਿ 48 ਘੰਟੇ ਰੋਕੇ ਜਾਣਗੇ ਅਤੇ ਕੱਲ੍ਹ ਨੂੰ 25 ਸਤੰਬਰ ਨੂੰ ਜਿਹੜਾ ਹੈਗਾ ਪੰਜਾਬ ਬੰਦ ਦਾ ਸੱਦਾ ਦਿੱਤਾ। ਕਿਸਾਨਾਂ ਵੱਲੋਂ ਸ਼ੁਰੂ ਕੀਤਾ ਇਹ ਸੰਘਰਸ਼ ਹੈ ਜਿਹੜਾ, ਇਹ ਕਿੱਥੇ ਤੱਕ ਪਹੁੰਚ ਚੁੱਕਾ ਹੈ? ਬਿਲਕੁਲ, ਇਹ ਲਗਾਤਾਰ ਸੰਘਰਸ਼ ਹੈ ਜਿਹੜਾ ਪ੍ਰਚੰਡ ਹੁੰਦਾ ਜਾ ਰਿਹਾ ਹੈ। ਔਰ ਪਹਿਲੀ ਗੱਲ ਤਾਂ ਇੱਕ ਇਹ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਇੱਕ ਹੈ, ਇਕੱਠੀਆਂ ਹੋਈਆਂ ਨੇ। ਇੱਕ ਆਪਣੇ ਆਪ 'ਚ ਇੱਕ ਪੱਖੀਆਂ ਇਕੱਲੀਆਂ ਕਿਸਾਨ ਜਥੇਬੰਦੀਆਂ ਹੀ ਨਹੀਂ ਇਕੱਠੀਆਂ ਹੋਈਆਂ, ਬਲਕਿ ਲੱਗਦਾ ਇਹ ਹੈ ਕਿ ਪੂਰਾ ਪੰਜਾਬ ਹੀ ਬੀਜੇਪੀ ਨੂੰ ਛੱਡ ਕੇ ਸਾਰੀਆਂ ਬਾਕੀ ਸਿਆਸੀ ਪਾਰਟੀਆਂ ਅਤੇ ਵੱਖ-ਵੱਖ ਤਰ੍ਹਾਂ ਦੀਆਂ ਮੁਲਾਜ਼ਮ ਜਥੇਬੰਦੀਆਂ, ਜਨਤਕ ਜਥੇਬੰਦੀਆਂ, ਟਰੇਡ ਯੂਨੀਅਨਾਂ ਔਰ ਇਸੇ ਤਰ੍ਹਾਂ ਕੋਈ ਹੋਰ ਰਿਟਾਇਰਡ ਬਿਊਰੋਕਰੇਟਾਂ ਤੋਂ ਲੈ ਕੇ ਹਰ ਬੰਦਾ ਆਪਣੇ ਲੈਵਲ 'ਤੇ, ਈਵਨ ਵਪਾਰੀਆਂ ਤੋਂ ਲੈ ਕੇ ਸ਼ਹਿਰ ਦੇ ਵਿੱਚੋਂ ਵੀ ਜਿੰਨੇ ਵੀ ਲੋਕ ਹੋਰ ਵੱਖ-ਵੱਖ ਜਥੇਬੰਦੀਆਂ ਨੇ, ਉਹ ਇਹ ਬੰਦ ਦੀ ਵੀ ਹਮਾਇਤ ਕਰ ਰਹੀਆਂ ਨੇ 25 ਤਰੀਕ ਦੀ। ਅਤੇ ਅੱਜ ਤੋਂ ਜਿਹੜਾ ਸ਼ੁਰੂ ਹੋਇਆ ਰੇਲ ਰੋਕੋ ਦਾ, ਉਹਦੀ ਵੀ ਹਮਾਇਤ ਕਰ ਰਹੀਆਂ ਨੇ। ਇਕੱਲੇ ਪੰਜਾਬ ਦਾ ਸਵਾਲ ਨਹੀਂ, ਹਰਿਆਣੇ ਦੇ ਵਿੱਚੋਂ ਵੀ ਰਿਪੋਰਟਾਂ ਜਿਹੜੀਆਂ ਆ ਰਹੀਆਂ ਨੇ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਘਰਾਓ ਪਿੰਡਾਂ ਦੇ ਵਿੱਚ ਵੱਖ-ਵੱਖ ਥਾਂ 'ਤੇ ਹੋ ਰਿਹਾ ਹੈ। ਅਤੇ ਇਹ ਤੋਂ ਇਲਾਵਾ ਰਾਜਸਥਾਨ ਦੇ ਵਿੱਚ, ਕਰਨਾਟਕ ਦੇ ਵਿੱਚ, ਤਾਮਿਲਨਾਡੂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਵੀ ਕਿਸਾਨ ਇਸ ਪਾਸੇ ਵੱਲ, ਇਹਨਾਂ ਤਿੰਨੋਂ ਜਿਹੜੇ ਬਿੱਲ ਨੇ ਜਿਹੜੇ ਕਾਨੂੰਨ ਦੀ ਸ਼ਕਲ ਦੇ ਵਿੱਚ ਆਉਣ ਵਾਲੇ ਨੇ, ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ ਉਸ ਰੂਪ ਦੇ ਵਿੱਚ। ਔਰ ਇਹ ਉਸ ਪਾਸੇ ਨੂੰ ਤੁਰਨਾ ਜਿਹੜਾ ਕਰੀਏ, ਕੱਲੀਆਂ ਜਥੇਬੰਦੀਆਂ ਸੀ 31 ਇਕੱਠੀਆਂ ਹੋਣਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਕੋਈ ਨਵੇਂ ਐਕਸ਼ਨ ਇਸੇ ਤਰੀਕੇ ਦੇ ਲੈਣਾ। ਅਤੇ ਇੱਕ ਤਾਂ ਗੱਲ ਇਹ ਆਪਣੇ ਆਪ 'ਚ ਮਹੱਤਵਪੂਰਨ ਹੈ ਕਿ ਇਹ ਜਮਹੂਰੀ ਤਰੀਕੇ ਦਾ ਅੰਦੋਲਨ ਹੈ, ਡੈਮੋਕ੍ਰੇਟਿਕ ਅੰਦੋਲਨ ਹੈ, ਜਿਹਦੇ 'ਚ ਪੀਸਫੁਲ ਰਹਿ ਕੇ, ਸ਼ਾਂਤਮਈ ਰਹਿ ਕੇ ਕਿਸਾਨ ਆਪਣੇ ਰੋਸ ਦਾ ਪ੍ਰਗਟਾਵਾ ਕਰ ਰਹੇ ਨੇ, ਆਪਣੀਆਂ ਮੰਗਾਂ ਮਸਲਿਆਂ ਨੂੰ ਉਠਾ ਰਹੇ ਨੇ ਉਸ ਪੱਧਰ ਦੇ ਉੱਤੇ। ਦੂਜੀ ਗੱਲ ਇਹ ਵੀ ਕਿਸਾਨ ਜਥੇਬੰਦੀਆਂ ਦਾ ਮਤਲਬ ਏਜੰਡੇ ਦਾ ਹਿੱਸਾ ਬਣਨਾ ਕਿ ਇਕੱਲਾ ਕਿਸਾਨੀ ਦਾ ਸਵਾਲ ਨਹੀਂ ਹੈ, ਸਮੁੱਚੇ ਲੋਕਾਂ ਨੂੰ ਇਹਦੇ 'ਚ ਸ਼ਾਮਲ ਕਰਨਾ ਹੈ। ਔਰ ਉਹ ਸ਼ਾਮਲ ਕਰਨ ਦੇ ਵਿੱਚ ਫਿਰ ਆ ਜਾਂਦੀਆਂ ਨੇ ਗ੍ਰਾਮ ਸਭਾਵਾਂ, ਕਿਉਂਕਿ ਪਿੰਡਾਂ ਦੇ ਵਿੱਚ ਕਿਸਾਨ ਨਹੀਂ, ਕਿਸਾਨ ਦੇ ਨਾਲ ਬੜਾ ਵੱਡਾ ਤਬਕਾ ਮਜ਼ਦੂਰਾਂ ਦਾ, ਦਲਿਤਾਂ ਦਾ, ਮਜ਼ਦੂਰਾਂ ਦਾ, ਦੁਕਾਨਦਾਰਾਂ ਦਾ, ਕੋਈ ਵਪਾਰੀਆਂ ਦਾ ਔਰ ਛੋਟੇ ਮੋਟੇ ਹੋਰ ਧੰਦੇ ਕਰਨ ਵਾਲਿਆਂ ਦਾ, ਸਾਰੇ ਲੋਕ ਪਿੰਡਾਂ ਦੇ ਵਿੱਚ ਇਕੱਠੇ ਰਹਿ ਰਹੇ ਨੇ। ਅਤੇ ਜਦੋਂ ਹੁਣ ਇਹ ਗ੍ਰਾਮ ਸਭਾਵਾਂ ਦੇ ਮਤੇ ਪਵਾਉਣਗੀਆਂ, ਜਥੇਬੰਦੀਆਂ ਜਾਣਗੀਆਂ, ਜਾਗਰੂਕ ਕਰਨਗੀਆਂ, ਪੰਚਾਇਤਾਂ ਪਹਿਲਾਂ ਹੀ ਮਤਲਬ ਉਸ ਪੱਧਰ ਦੇ ਉੱਤੇ ਨਾਲ ਨੇ ਪਿੰਡਾਂ ਦੇ ਵਿੱਚ ਵੀ, ਹਾਂ ਠੀਕ ਹੈ, ਆਪਾਂ ਨੂੰ ਇਸ ਮਾਮਲੇ 'ਤੇ ਸਟੈਂਡ ਲੈਣਾ ਚਾਹੀਦਾ। ਪੰਜਾਬ ਦੀ ਵਿਧਾਨ ਸਭਾ ਪਹਿਲਾਂ ਹੀ ਮਤਾ ਪਾ ਚੁੱਕੀ ਹੈ ਅਤੇ ਜਦੋਂ ਗ੍ਰਾਮ ਸਭਾਵਾਂ ਦੇ ਮਤੇ ਵੀ ਪੈਣੇ ਸ਼ੁਰੂ ਹੋ ਗਏ ਤਾਂ ਇਹਦਾ ਮਤਲਬ ਇਹ ਹੋ ਜੂ ਕਿ ਇਹ ਕਿਸਾਨ ਅੰਦੋਲਨ ਤੋਂ ਲੋਕ ਅੰਦੋਲਨ ਦਾ ਰੂਪ ਲੈਣ ਦੀਆਂ ਸੰਭਾਵਨਾਵਾਂ ਨੇ। ਸਾਰੇ ਵਰਗ ਉਹਦੇ 'ਚ ਆਪਣੇ ਆਪ ਨੂੰ ਸ਼ਮੂਲੀਅਤ ਦੇ ਤੌਰ 'ਤੇ ਮਹਿਸੂਸ ਕਰਨਗੇ ਗਰਾਊਂਡ ਪੱਧਰ ਦੇ ਉੱਤੋਂ। ਔਰ ਇਸੇ ਕਰਕੇ ਇਹ ਵੀ ਹੈ, ਮੈਨੂੰ ਤਾਂ ਇਹ ਵੀ ਲੱਗਦਾ ਕਿ ਅਗਲਾ ਨਾਲ ਦੀ ਨਾਲ ਸੱਦਾ ਗ੍ਰਾਮ ਸਭਾਵਾਂ ਦੇ ਨਾਲ ਸ਼ਹਿਰਾਂ ਦੀਆਂ ਵਾਰਡ ਸਭਾਵਾਂ ਦਾ ਵੀ ਦੇਣਾ ਚਾਹੀਦਾ, ਕਿਉਂਕਿ ਇਕੱਲਾ ਪੇਂਡੂ ਅਰਥ ਵਿਵਸਥਾ ਦਾ ਸਵਾਲ ਨਹੀਂ ਹੈ। ਇਹ ਇਸ ਗੱਲ ਨਾਲ ਵੀ ਜੁੜਿਆ ਹੋਇਆ ਕਿ ਸ਼ਹਿਰੀ ਤਬਕੇ ਦਾ ਵੀ ਸਵਾਲ ਹੈ, ਉਹਦੇ 'ਚ ਆੜ੍ਹਤੀ ਵੀ, ਉਹ 'ਚ ਸੈਲਰ ਵੀ, ਉਹ 'ਚ ਦੁਕਾਨਾਂ ਵੀ। ਜੇ ਮਾਲ ਪੱਤਾ ਵੀ ਸ਼ਹਿਰੀ ਜੇ ਵਿਕਣਾ ਅਤੇ ਜੇ ਆਮਦਨ ਆਏਗੀ ਤਾਂ ਵਿਕਣਾ ਹੈ ਨਾ, ਸਾਰਾ ਵਪਾਰ ਉਹਦੇ 'ਤੇ ਖੜਾ ਹੋਇਆ। ਔਰ ਇਹਦੇ ਤੋਂ ਇਲਾਵਾ ਵੀ ਜਿਹੜੀ ਇੱਕ ਤੀਜਾ ਕਾਨੂੰਨ ਹੈ ਜ਼ਖੀਰੇਬਾਜ਼ੀ ਦਾ, ਔਰ ਜੇ ਜਿਣਸਾਂ ਦੇ ਵਿੱਚ, ਦਾਲਾਂ ਦੇ ਵਿੱਚ, ਸਬਜ਼ੀਆਂ ਦੇ ਵਿੱਚ ਜ਼ਖੀਰਾ ਪੈਦਾ ਕਰਕੇ ਤੁਸੀਂ ਮਹਿੰਗਾਈ, ਪਿਆਜ਼ ਅੱਜ ਕੱਲ੍ਹ ਵੀ ਕੋਈ 40 ਰੁਪਏ ਕਿਲੋ ਤੱਕ, ਫਿਰ ਆਲੂ ਇੰਨੇ ਮਹਿੰਗੇ, ਉਸ ਤੋਂ ਬਾਅਦ ਜਦੋਂ ਤੱਕ ਕਿਸਾਨ ਤੋਂ ਲੈਣਾ ਉਦੋਂ 3 ਰੁਪਏ 4 ਰੁਪਏ, ਜਦੋਂ ਉਹ ਵਪਾਰੀ ਕੋਲ ਚਲਾ ਗਿਆ ਵੱਡੇ ਕੋਲ ਅਤੇ ਉਦੋਂ ਬਾਅਦ ਉਹ 40 ਰੁਪਏ ਅਤੇ 50 ਰੁਪਏ ਹੋ ਜਾਂਦਾ, ਤਾਂ ਆਮ ਆਦਮੀ ਰੋਟੀ ਵੀ ਕਿਵੇਂ ਖਾਊਗਾ ਉਸ ਉੱਤੇ। ਇਸ ਲਈ ਉਹਨਾਂ ਦਾ ਵੀ ਸਵਾਲ ਹੈ। ਗ੍ਰਾਮ ਸਭਾਵਾਂ ਦੇ ਮਤੇ ਅਤੇ ਨਾਲ ਸ਼ਹਿਰਾਂ ਦੇ ਵਾਰਡ ਸਭਾਵਾਂ ਦੇ ਮਤੇ ਵੀ ਜੇਕਰ ਸ਼ਾਮਲ ਕਰ ਦਿੱਤੇ ਜਾਣ ਤਾਂ ਸ਼ਹਿਰੀ ਅੰਦੋਲਨ ਵੀ ਵਿੱਚ ਸ਼ਾਮਲ ਹੋ ਜਾਏਗਾ। ਸਮੁੱਚਾ ਪੰਜਾਬ ਮਤਲਬ ਇੱਕ ਉਸ ਲੈਵਲ ਦੇ ਅੰਦੋਲਨ 'ਚ ਦਿਖਾਈ ਦਿੱਤੇਗਾ ਜਿਵੇਂ ਸ਼ਾਹ ਮੁਹੰਮਦ ਕਹਿੰਦਾ ਸੀ, ਔਰ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਅਤੇ ਜਦੋਂ ਤੁਸੀਂ ਉਸ ਲੈਵਲ 'ਤੇ ਗੱਲ ਕਰਦੇ ਹੋ ਤਾਂ ਇੱਕ ਕਮਿਊਨਿਟੀ ਅਤੇ ਪੂਰੇ ਭਾਈਚਾਰੇ ਦੇ ਪੂਰਾ ਇੱਕ ਸੂਬਾ ਖੜ੍ਹਦਾ ਹੈ ਅਤੇ ਉਹਦੇ ਨਾਲ ਹਰਿਆਣੇ ਦਾ ਸੂਬਾ ਵੀ ਖੜ੍ਹਦਾ ਹੈ, ਤਾਂ ਇੱਕ ਇਹ ਆਪਣੇ ਆਪ ਇੱਕ ਲੜਾਈ ਫੈਡਰਲਿਜ਼ਮ ਵੱਲ ਨੂੰ ਤੁਰ ਪਏਗੀ। ਸੂਬੇ ਆਪਣੀ ਹੱਕ ਦੇ ਲਈ ਖੜਨਗੇ ਤਾਂ ਆਟੋਮੈਟਿਕਲੀ ਇਹ ਕੇਂਦਰੀਕਰਨ ਦੇ ਖਿਲਾਫ ਇੱਕ
ਦੌਰ ਸ਼ੁਰੂ ਹੋ ਜਾਊਗਾ। ਹਮੀਰ ਸਿੰਘ ਜੀ, ਇੱਕ ਸੋਸ਼ਲ ਮੀਡੀਆ ਤੇ ਵੱਡਾ ਸਵਾਲ ਵੀ ਇਹ ਖੜਾ ਹੋ ਰਿਹਾ ਵੀ ਕਿ ਇੰਨੇ ਘੱਟ ਸਮੇਂ ਦੇ ਵਿੱਚ ਸਾਰੀਆਂ ਗ੍ਰਾਮ ਸਭਾਵਾਂ ਨੂੰ ਕਿਵੇਂ ਸੱਦਿਆ ਜਾ ਸਕਦਾ, ਕਿਵੇਂ ਬੁਲਾਇਆ ਜਾ ਸਕਦਾ। ਅਸੀਂ ਜਾਣਨਾ ਚਾਹਾਂਗੇ ਵੀ ਕਿਸੇ ਵੀ ਗ੍ਰਾਮ ਸਭਾ ਨੂੰ ਬੁਲਾਉਣ ਲਈ ਕਿੰਨੇ ਮੈਂਬਰਾਂ ਦਾ ਹਾਜ਼ਰ ਹੋਣਾ ਜ਼ਰੂਰੀ ਹੈ, ਉਹਦੇ ਕੋਰਮ ਦੇ ਵਿੱਚ ਕਿੰਨੇ ਮੈਂਬਰਾਂ ਦੀ ਜਿਹੜੀ ਹੈਗੀ ਹੈ ਹਰ ਸਮੇਂ ਸ਼ਮੂਲੀਅਤ ਜਿਹੜੀ ਹੈਗੀ ਜ਼ਰੂਰੀ ਹੋਣੀ ਚਾਹੀਦੀ ਹੈ। ਬਿਲਕੁਲ ਇਹ ਇੱਕ ਬਹੁਤ ਵੱਡਾ ਸਵਾਲ ਹੈ ਸਾਡੇ ਸਾਹਮਣੇ ਕਿ 73ਵੀਂ ਸੰਵਿਧਾਨਕ ਸੋਧ ਦੇ ਮੁਤਾਬਕ 24 ਅਪ੍ਰੈਲ 1993 ਤੋਂ ਲੈ ਕੇ ਇੰਨੇ ਸਾਲ ਗੁਜ਼ਰ ਗਏ, ਅਸੀਂ ਗ੍ਰਾਮ ਸਭਾ ਦੀ ਅਹਿਮੀਅਤ ਨਹੀਂ ਸਮਝੀ। ਪੰਜਾਬ ਦੇ ਵਿੱਚ ਫਰਾਡ ਗ੍ਰਾਮ ਸਭਾ ਹੁੰਦੀਆਂ ਰਹੀਆਂ ਨੇ ਕਿਉਂਕਿ ਅਫਸਰਸ਼ਾਹੀ ਮਿਲ ਕੇ ਆਪਣਾ ਕੰਮ ਕਰਦ ਰਹੀ ਹੈ, ਪਰ ਹੁਣ ਇਹ ਅਹਿਸਾਸ ਹੋਣਾ ਪੰਜਾਬ ਦੇ ਵਿੱਚ ਲੋਕਾਂ ਨੂੰ ਕਿ ਗ੍ਰਾਮ ਸਭਾ ਇੱਕ ਐਸੀ ਤਾਕਤ ਹੈ, ਉਹ ਪੇਂਡੂ ਪਾਰਲੀਮੈਂਟ ਹੈ, ਉਸ ਤਾਕਤ ਨੂੰ ਦੀ ਵਰਤੋਂ ਵੀ ਸਾਨੂੰ ਕਰਨੀ ਚਾਹੀਦੀ ਹੈ। ਤੇ ਇਸੇ ਕਰਕੇ ਅਜੇ ਅਣਜਾਣਤਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਕੌਣ ਬੁਲਾ ਸਕਦਾ। ਸਰਪੰਚਾਂ ਨੂੰ ਵੀ ਨਹੀਂ ਪਤਾ, BDO ਤੋਂ ਪੁੱਛਣਾ ਪਊ ਜਾਂ ਨਹੀਂ ਪੁੱਛਣਾ ਪਊ ਇਹ ਵੀ ਨਹੀਂ ਪਤਾ। ਇਹਦੇ ਸਭ ਤੋਂ ਬੜੀ ਪੰਚਾਇਤੀ ਰਾਜ 1994 ਜਿਹੜਾ ਪੰਜਾਬ ਦਾ, ਉਹਦੇ 'ਚ ਕਲੀਅਰ ਕੱਟ ਕਿਹਾ ਗਿਆ ਕਿ ਇਹ ਸਰਪੰਚ ਦਾ ਹੱਕ ਹੈ, ਉਹਨੇ ਕਿਸੇ BDPO ਤੋਂ, ਕਿਸੇ ਉੱਪਰਲੇ ਅਧਿਕਾਰੀ ਤੋਂ, ਕਿਸੇ ਆਲੇ ਦੁਆਲਿਓਂ ਪੁੱਛਣਾ ਨਹੀਂ ਹੈ। ਜਦੋਂ ਮਰਜ਼ੀ 2 ਗ੍ਰਾਮ ਸਭਾ ਦੇ ਇਜਲਾਸ ਜੂਨ ਤੇ ਦਸੰਬਰ ਦੇ ਵਿੱਚ ਇਹ ਕਾਨੂੰਨੀ ਤੌਰ ਤੇ ਹਰ ਹਾਲਤ 'ਚ ਹੋਣੇ ਹੁੰਦੇ ਨੇ, ਇਹਨਾਂ ਨੂੰ ਆਮ ਇਜਲਾਸ ਕਹਿੰਦੇ ਨੇ। ਇਹ ਤਾਂ ਬਲਕਿ ਜੇ ਸਰਪੰਚ ਲਗਾਤਾਰ ਨਹੀਂ ਕਰਦਾ ਦੋਨੇ ਤਾਂ ਆਟੋਮੈਟਿਕਲੀ ਸਸਪੈਂਡ ਮੰਨਿਆ ਜਾਂਦਾ। ਔਰ ਇਹ BDPO ਦੀ ਜ਼ਿੰਮੇਵਾਰੀ ਹੈ, ਉਹ DDPO ਨੂੰ ਸੱਦਾ ਦੇ, DDPO ਨੇ ਇਹ ਡਿਕਲੇਅਰ ਕਰਨਾ ਹੁੰਦਾ ਕਿ ਸਰਪੰਚ ਸਸਪੈਂਡ ਹੋ ਗਿਆ ਕਿਉਂਕਿ ਉਹਨੇ 2 ਪੱਤੇ ਨਹੀਂ। ਇਸ ਕਰਕੇ ਤਾਂ ਨਹੀਂ ਹੋ ਰਹੇ, ਪਰ ਵਿਸ਼ੇਸ਼ ਇਜਲਾਸ ਜਿਹਨੂੰ ਐਕਸਟਰਾ ਆਰਡੀਨਰੀ ਸ਼ਬਦ ਚੂਜ਼ ਕੀਤਾ ਗਿਆ, ਜਿੰਨੇ ਮਰਜ਼ੀ ਸਰਪੰਚ ਅੱਜ ਤੈਅ ਕਰ ਲਏ, ਆਪਣਾ ਇੱਕ ਮਤਾ ਪਾਏ, BDO ਨੂੰ ਸੂਚਿਤ ਕਰਨਾ ਤੇ ਪਿੰਡ ਦੇ ਲੋਕਾਂ ਨੂੰ ਸੂਚਿਤ ਕਰਨਾ ਕਿ ਪਰਸੋਂ ਨੂੰ ਆਪਣੇ ਪਿੰਡ ਗ੍ਰਾਮ ਸਭਾ ਦਾ ਇਜਲਾਸ ਹੈ। ਕੋਈ ਟਾਈਮ ਬਾਉਂਡ ਨਹੀਂ ਉਹਦੇ 'ਚ। ਕਈ ਵਾਰ ਇਹ ਭੁਲੇਖੇ ਪੈਂਦੇ ਨੇ ਹਫ਼ਤੇ ਦਾ ਜੀ, 15 ਦਿਨ ਦਾ, 30 ਦਿਨ ਦਾ ਟਾਈਮ ਬਾਉਂਡ ਹੈ। ਜੇ ਸਰਪੰਚ ਗ੍ਰਾਮ ਸਭਾ ਨਹੀਂ ਬੁਲਾਉਣਾ ਚਾਹੁੰਦਾ, ਪਿੰਡ ਦੇ 20% ਵੋਟਰ ਲਿਖ ਕੇ ਗ੍ਰਾਮ ਸਭਾ ਬੁਲਾਉਂਦੇ ਨੇ ਤੇ ਸਰਪੰਚ ਬੁਲਾਉਂਦਾ ਤਾਂ ਠੀਕ ਹੈ, ਨਹੀਂ ਤਾਂ ਉਹ ਬਲਾਕ ਸੰਮਤੀ ਦੇ ਨੂੰ ਦਿੰਦੇ ਨੇ, ਜਿਹੜਾ ਐਗਜ਼ੈਕਟਿਵ ਅਫਸਰ BDPO ਹੈ ਉਹ ਬੁਲਾਉਂਦਾ ਹੈ। ਉਹਨੂੰ ਵੀ 30 ਦਿਨ ਦੇ ਅੰਦਰ ਅੰਦਰ ਦਾ ਮੌਕਾ ਦਿੰਦਾ। 30 ਦਿਨ ਨਹੀਂ, 30 ਦਿਨ ਦੇ ਅੰਦਰ ਅੰਦਰ ਦਾ ਮਤਲਬ ਇਹ ਨਹੀਂ ਕਿ 30 ਦਿਨੇ ਕਰਨੇ ਨੇ, ਉਹ ਵੀ ਪਰਸੋਂ ਨੂੰ ਬੁਲਾ ਸਕਦਾ, ਉਹ ਵੀ ਹਫ਼ਤੇ ਬਾਅਦ ਬੁਲਾ ਸਕਦਾ, ਕੋਈ ਇਹੋ ਜਿਹਾ ਨਹੀਂ ਕਿ ਇੰਨੇ ਦਿਨਾਂ ਬਾਅਦ। 30 ਦਿਨਾਂ ਦੇ ਅੰਦਰ ਅੰਦਰ ਜਦ ਮਰਜ਼ੀ ਉਹਨੂੰ ਹਰ ਹਾਲਤ 'ਚ ਉਹਨੂੰ ਵੀ ਬੁਲਾਉਣਾ ਹੀ ਪਵੇਗਾ। ਸਰਪੰਚ ਤੇ ਕੋਈ ਰੋਕ ਨਹੀਂ ਹੈ। ਇਸ ਕਰਕੇ ਇੱਕ ਤਾਂ ਇਹ ਗੱਲ ਹੈ। ਦੂਜੀ ਗੱਲ ਇਹ ਹੈ ਕਿ ਗ੍ਰਾਮ ਸਭਾ ਦੇ ਕੋਰਮ ਦਾ ਸਵਾਲ ਹੈ। ਪਿੰਡ ਦੇ 20% ਵੋਟਰ, ਗ੍ਰਾਮ ਸਭਾ ਦਾ ਹਰ ਵੋਟਰ 18 ਸਾਲ ਦੀ ਉਮਰ ਦਾ ਜਿਹਦੀ ਵੋਟ ਬਣੀ ਹੋਈ ਹੈ ਉਹ ਗ੍ਰਾਮ ਸਭਾ ਦਾ ਮੈਂਬਰ ਹੈ, ਪੱਕੇ ਤੌਰ ਤੇ ਮੈਂਬਰ ਹੈ। 20% ਵੋਟਰਾਂ ਦਾ ਉਸ ਇਜਲਾਸ 'ਚ ਸ਼ਾਮਲ ਹੋਣਾ ਜ਼ਰੂਰੀ ਹੈ ਔਰ 20% ਦੇ ਦਸਤਖਤ ਅੰਗੂਠੇ ਕਰਕੇ ਤੁਸੀਂ ਕੋਈ ਵੀ ਮਤਾ ਜਿਹੜਾ ਪਾਓਗੇ ਉਹ ਮਤਾ ਰੱਦ ਨਹੀਂ ਹੋ ਸਕਦਾ। ਉਹ ਕਿੰਨਾ ਮੰਨਿਆ ਜਾਣਾ, ਕਿੰਨਾ, ਉਹ ਅਗਲਾ ਸਵਾਲ ਹੈ। ਪਰ ਮਤਾ ਪਾਉਣ ਦਾ ਹੱਕ ਗ੍ਰਾਮ ਸਭਾ ਨੂੰ ਹੀ ਹੈ। ਗ੍ਰਾਮ ਸਭਾ ਤੇ ਪੰਚਾਇਤ ਦਾ ਫਰਕ ਹੈ। ਕਈ ਲੋਕ ਕਹਿੰਦੇ ਨੇ ਪੰਚਾਇਤੀ ਮਤੇ ਪਾਤੇ। ਪੰਚਾਇਤ ਦੇ ਮਤੇ ਨੂੰ ਰੱਦ ਕਰਨ ਦਾ ਅਧਿਕਾਰ BDPO ਕੋਲ ਵੀ ਹੈ, DDP ਕੋਲ, ਸਭ ਕੋਲ ਹੈ। ਗ੍ਰਾਮ ਸਭਾ ਦਾ ਮਤਾ ਰੱਦ ਕਰਨ ਦਾ ਹੱਕ ਕਿਸੇ ਨੂੰ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਗ੍ਰਾਮ ਸਭਾ ਪਿੰਡ ਦੀ ਪਾਰਲੀਮੈਂਟ ਹੈ। ਜਿਵੇਂ ਵਿਧਾਨ ਸਭਾ ਤੇ ਪੰਜਾਬ ਦੀ ਸਰਕਾਰ ਹੈ, ਜਿਵੇਂ ਪਾਰਲੀਮੈਂਟ ਹੈ ਤੇ ਮੋਦੀ ਸਰਕਾਰ ਹੈ, ਇਸੇ ਤਰ੍ਹਾਂ ਪੰਚਾਇਤ ਪਿੰਡ ਦੀ ਸਰਕਾਰ ਦੀ ਤਰ੍ਹਾਂ ਹੈ ਤੇ ਗ੍ਰਾਮ ਸਭਾ ਪਾਰਲੀਮੈਂਟ ਦੀ ਤਰ੍ਹਾਂ ਹੈ। ਇਹ ਦੋਨਾਂ 'ਚ ਵੱਖਰਾ। ਮੈਂ ਇਹਦਾ ਪਾਇਆ ਹੋਇਆ ਮਤਾ ਜਿਵੇਂ ਵਿਧਾਨ ਸਭਾ 'ਚ ਮਤਾ ਪਾਇਆ ਉਵੇਂ ਹੀ ਅਸਰ ਕਰੂਗਾ, ਉਹਦੇ ਬਰਾਬਰ ਦੀ ਗੱਲ ਹੈ। ਇੱਕ ਸੋਸ਼ਲ ਮੀਡੀਆ ਤੇ ਇਹ ਵੀ ਬਹਿਸ ਦਾ ਮੁੱਦਾ ਬਣਿਆ ਹੋਇਆ ਵੀ ਕਿ ਗ੍ਰਾਮ ਸਭਾਵਾਂ ਨੇ ਜਿਹੜੇ ਹੈਗੇ ਆ ਇਹਨਾਂ ਕਾਨੂੰਨਾਂ ਦੇ ਖਿਲਾਫ ਮਤੇ ਪਾਸ ਕਰਨੇ ਤਾਂ ਸ਼ੁਰੂ ਕਰ ਦਿੱਤੇ ਨੇ। ਕੀ ਵੀ ਕਿ ਜਿਹੜੇ ਇਹ ਮਤੇ ਪਾਸ ਕਰ ਰਹੇ ਨੇ ਉਹ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨਾਂ ਨੂੰ ਜਿਹੜਾ ਲਾਗੂ ਕਰਨ ਨੂੰ ਰੋਕ ਸਕਦੇ ਨੇ? ਜੇ ਉਹ ਮਤੇ ਹੈਗੇ ਆ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਰੋਕ ਹੀ ਨਹੀਂ ਸਕਦੇ ਤਾਂ ਗ੍ਰਾਮ ਸਭਾਵਾਂ ਵੱਲੋਂ ਪਾਸ ਕਰੇ ਹੋਏ ਮਤਿਆਂ ਦਾ ਫਾਇਦਾ ਕੀ ਹੈ? ਅਸਲ ਦੇ ਵਿੱਚ ਇਹੀ ਹੈ ਕਿ ਕਈ ਵਾਰ ਗਲਤਫਹਿਮੀ ਹੁੰਦਾ। ਕਦੇ ਕਦੇ ਤਾਂ ਅਸੀਂ ਇੱਕ ਗੱਲ ਤੋਂ ਹੀ ਸਾਰਾ ਇਲਾਜ ਲੱਭਦੇ ਹਾਂ ਤੇ ਕਦੇ ਕਦੇ ਬਿਲਕੁਲ ਹੀ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ ਚੀਜ਼ਾਂ। ਸਾਨੂੰ ਮੋਟੀ ਜੀ ਸਮਝ ਇੱਕ ਹੋਣੀ ਚਾਹੀਦੀ ਹੈ ਪੂਰੇ ਤਰ੍ਹਾਂ ਕਿ ਦੇਸ਼ ਦੇ ਵਿੱਚ ਕਾਨੂੰਨ ਬਣਾਉਣ ਦਾ ਹੱਕ ਜਿਹੜਾ ਹੈ ਉਹ ਜਾਂ ਪਾਰਲੀਮੈਂਟ ਦੇ ਕੋਲ ਹੈ ਜਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਕੋਲ ਹੈ। ਉਸੇ ਬਣਾਏ ਕਾਨੂੰਨ ਦਾ, ਉਸੇ ਸੰਵਿਧਾਨ ਦੇ ਵਿੱਚ ਦਿੱਤੇ ਗਏ ਹੱਕ ਦਾ ਇਸਤੇਮਾਲ ਗ੍ਰਾਮ ਸਭਾਵਾਂ ਕਰ ਸਕਦੀਆਂ ਨੇ ਜਿੰਨਾ ਉਹਦਾ ਦਾਇਰਾ ਹੈ। ਗ੍ਰਾਮ ਸਭਾ ਦਾ ਦਾਇਰਾ ਇਹ ਹੈ ਕਿ ਉਹ ਪਿੰਡਾਂ ਦੇ ਵਿੱਚ ਸਾਰੇ ਲਾਭਪਾਤਰੀਆਂ ਦੀ ਨਿਸ਼ਾਨਦੇਹੀ ਕਰ ਸਕਦੀਆਂ ਨੇ। ਉਹ ਪਿੰਡਾਂ ਦੇ ਵਿੱਚ ਸਾਰੇ ਜਿੰਨੇ ਵੀ ਵਿਕਾਸ ਦੇ ਕੰਮ ਨੇ ਉਹਨਾਂ ਦੀ ਦੇਖ ਰੇਖ ਕਰ ਸਕਦੀਆਂ ਨੇ ਤੇ ਉਹ ਬਜਟ ਦੇ ਰੂਪ 'ਚ ਜਵਾਬਦੇਹ ਕਰ ਸਕਦੀਆਂ ਨੇ। ਜਿੰਨਾ ਪੈਸਾ ਗ੍ਰਾਂਟਾਂ ਦਾ ਆਉਂਦਾ ਉਹਦੇ ਰਾਹੀਂ ਲੱਗਣਾ ਚਾਹੀਦਾ ਤੇ ਪੰਚਾਇਤਾਂ ਨੂੰ ਡਾਇਰੈਕਸ਼ਨ ਦੇ ਸਕਦੀਆਂ ਨੇ। ਹੁਣ ਜਿੱਥੋਂ ਤੱਕ ਇਹ ਹੈ ਵੀ ਫਿਰ ਪਵਾਉਣ ਦਾ ਕੀ ਫਾਇਦਾ?
ਜਿਵੇਂ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਇੱਕ ਫੈਸਲਾ ਕੀਤਾ ਕਿ ਜੀ ਵਿਧਾਨ ਸਭਾ ਦਾ ਸੈਸ਼ਨ ਸੱਦੋ, ਵਿਧਾਨ ਸਭਾ ਦੇ ਸੈਸ਼ਨ ਸੱਦ ਕੇ ਇੱਕ ਮਤਾ ਪਾਓ, ਤੇ ਮਤਾ ਪਵਾਇਆ ਗਿਆ, ਸਾਰਿਆਂ ਨੇ ਆਪਣੀ ਗੱਲ ਰੱਖੀ। ਉਸੇ ਤਰ੍ਹਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਦੀ ਜਿਹੜੀ ਗ੍ਰਾਮ ਸਭਾ ਹੈ ਉਹ ਵੀ ਜਦੋਂ ਆਪਣਾ ਸੈਸ਼ਨ ਸੱਦੇਗੀ, ਆਪਣਾ ਇਜਲਾਸ ਬੁਲਾਏਗੀ, ਉੱਥੇ ਲੋਕਾਂ ਦੇ ਵਿੱਚ ਇੱਕ ਚਰਚਾ ਹੋਏਗੀ। ਉਹਦੇ ਕਿੰਨੇ ਫਾਇਦੇ ਇਹ ਹੋਣਗੇ? ਨੰਬਰ 1, ਇਹ ਅੰਦੋਲਨ ਨੂੰ ਸਮੁੱਚੇ ਪਿੰਡਾਂ ਤੇ ਸਮੁੱਚੇ ਲੋਕਾਂ ਦੀ ਮਾਨਤਾ ਮਿਲੂਗੀ। ਨੰਬਰ 2, ਲੋਕਾਂ ਦੀ ਜਾਗਰੂਕਤਾ ਵਧੇਗੀ। ਜਦੋਂ ਬੈਠ ਕੇ ਸੰਵਾਦ ਰਚਾਉਂਦੇ ਨੇ ਇੱਕ ਦੂਜੇ ਨਾਲ, ਉਹਨਾਂ ਨੂੰ ਸਮਝ ਆਉਂਦੀ ਹੈ ਇੱਕ ਦੂਜੀਆਂ ਗੱਲਾਂ ਦੀ ਉਸੇ ਤਰੀਕੇ ਨਾਲ। ਨੰਬਰ 3, ਜਦੋਂ ਇਹ ਮਾਮਲਾ ਕਿਸੇ ਕੋਰਟ ਵਗੈਰਾ 'ਚ ਜਾਂਦਾ, ਚਾਹੇ ਉਹ ਸੁਪਰੀਮ ਕੋਰਟ 'ਚ ਜਾਏ, ਚਾਹੇ ਜਿੱਥੇ ਮਰਜ਼ੀ, ਇੱਥੇ ਚੁਣੌਤੀ ਦੇਣੀ ਹੈ, ਤਾਂ ਉਹਦੇ ਨਾਲ ਇੱਕ ਵਜਨ ਬਣ ਕੇ ਖੜੀ ਹੋਏਗੀ ਗੱਲ ਕਿ ਦੇਖੋ ਵਿਧਾਨ ਸਭਾਵਾਂ ਵੀ ਇਹਦਾ ਖਿਲਾਫ ਨੇ, ਲੋਕਾਂ ਦੀਆਂ ਚੁਣੀਆਂ ਹੋਈਆਂ ਨੇ, ਪਿੰਡਾਂ ਦੀ ਸੰਵਿਧਾਨਕ ਸੰਸਥਾ ਗ੍ਰਾਮ ਸਭਾ ਵੀ ਇਹਦੇ ਖਿਲਾਫ ਹੈ। ਤਾਂ ਸਰਕਾਰ ਦਾ ਮਤਲਬ ਕੀ ਹੈ ਕਿ ਇਸ ਪਾਸੇ ਵੱਲ ਜਾਏ, ਜਦੋਂ ਡੈਮੋਕ੍ਰੇਸੀ 'ਚ ਬਿੱਲ ਜਿਹੜੀ ਲੋਕਾਂ ਦੀ ਰਾਏ ਹੈ ਉਹ ਸਭ ਤੋਂ ਵੱਡੀ ਮੰਨੀ ਜਾਂਦੀ ਹੈ, ਤਾਂ ਲੋਕਾਂ ਦੀ ਰਾਏ ਨੂੰ ਦਰਕਿਨਾਰ ਕਰਕੇ, ਨਜ਼ਰਅੰਦਾਜ਼ ਕਰਕੇ ਸਰਕਾਰ ਤਾਨਾਸ਼ਾਹੀ ਰੁਖ ਦੇ ਰੂਪ ਦੇ ਵਿੱਚ ਕੋਈ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ, ਤਾਂ ਇਖਲਾਕੀ ਤੌਰ ਤੇ ਉਹਦੇ ਖਿਲਾਫ ਇੱਕ ਬੜਾ ਵੱਡਾ ਮੈਸੇਜ ਜਾਊਗਾ, ਇੱਕ ਸੁਨੇਹਾ ਜਾਏਗਾ ਕਿ ਹਾਂ ਇਹ ਗੱਲ ਨਹੀਂ ਹੋਣੀ ਚਾਹੀਦੀ ਕਿਸੇ ਵੀ ਰੂਪ ਦੇ ਵਿੱਚ। ਜਿਹੜੀ ਮਾਨਤਾ ਪੰਜਾਬ ਦੀ ਵਿਧਾਨ ਸਭਾ ਦੇ ਮਤੇ ਨੂੰ ਹੈ, ਉਹੀ ਮਾਨਤਾ ਪਿੰਡ ਦੀ ਗ੍ਰਾਮ ਸਭਾ ਦੇ ਮਤੇ ਨੂੰ ਵੀ ਹੋਏਗੀ। ਹਮੀਰ ਸਿੰਘ ਜੀ, ਇੱਕ ਗੱਲ ਇਹ ਵੀ ਆ ਰਹੀ ਹੈ, ਪੰਜਾਬ ਦੇ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੇ ਮਤੇ ਪਾਸ ਕਰਨੇ ਸ਼ੁਰੂ ਕਰ ਦਿੱਤੇ ਨੇ। ਇਹਨਾਂ ਕਾਨੂੰਨਾਂ ਦੇ ਖਿਲਾਫ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਹਰਿਆਣਾ ਸਮੇਤ ਦੇਸ਼ ਦੇ ਅੱਧਾ ਦਰਜਨ ਸੂਬਿਆਂ ਦੇ ਵਿੱਚ ਪਹੁੰਚ ਚੁੱਕਿਆ ਹੈ ਵੀ ਕਿ ਇਹਨਾਂ ਕਾਨੂੰਨਾਂ ਦੇ ਖਿਲਾਫ ਅੰਦੋਲਨ ਕੀਤੇ ਜਾ ਰਹੇ ਨੇ। ਜੇਕਰ ਸਰਕਾਰ ਹਲੇ ਵੀ ਕਿਸਾਨਾਂ ਦੀ ਸੁਣਵਾਈ ਨਹੀਂ ਕਰਦੀ ਤਾਂ ਇਹਨਾਂ ਸੰਘਰਸ਼ਾਂ ਦਾ ਅਗਲਾ ਪੜਾਅ ਕੀ ਹੋ ਸਕਦਾ? ਇਹ ਸੰਘਰਸ਼ ਦਾ ਕੀ ਰੂਪ ਲੈਣਗੇ? ਅਸਲ ਦੇ ਵਿੱਚ ਤਾਂ ਇਹ ਹੈ ਕਿ ਇੱਕ ਹੁਣ ਮੁਹਿੰਮ ਚੱਲੇਗੀ ਤੇ ਇਹਦਾ ਆਪਣਾ ਅਸਰ ਜਾਏਗਾ ਬਹੁਤ ਵੱਡਾ। ਇੱਕ ਤਾਂ ਇਹ ਸਭ ਦੇ ਸਾਹਮਣੇ ਆ ਚੁੱਕਿਆ ਹੁਣ ਕਿ ਜਿਹੜੀਆਂ ਖੇਤਰ ਦੇ ਵਿੱਚ ਕੰਮ ਕਰਦੀਆਂ ਇਹਨਾਂ ਖੇਤਰਾਂ 'ਚ ਪਾਰਟੀਆਂ ਨੇ, ਉਹਨਾਂ ਲਈ ਇਹ ਸੌਖਾ ਕੰਮ ਨਹੀਂ ਹੈ ਕਿ ਉਹ ਕੇਂਦਰ ਦੀ ਹਾਂ 'ਚ ਹਾਂ ਮਿਲਾ ਦੇਣ, ਕਿਉਂਕਿ ਹੁਣ ਪੰਜਾਬ 'ਚ ਤਾਂ ਬੀਜੇਪੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਇੱਕ ਪਾਸੇ ਹੈਗੀਆਂ ਹੀ ਨੇ ਤੇ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਗਈਆਂ। ਜਿਹੜੀਆਂ ਪਾਰਟੀਆਂ ਅਜੇ ਵੀ ਥੋੜ੍ਹਾ ਬਹੁਤ ਟ੍ਰਿਕਬਾਜੀ ਕਰ ਰਹੀਆਂ ਨੇ ਇੱਧਰ ਉੱਧਰ ਇਕੱਲੇ, ਔਰ ਮੈਨੂੰ ਲੱਗਦਾ ਕਿ ਇਹਨਾਂ ਗੱਲਾਂ ਤੋਂ ਗਰੇਜ ਕਰਨ ਦਾ ਸਵਾਲ ਹੁੰਦਾ ਹੈ। ਜਿਵੇਂ ਕਿਸਾਨਾਂ ਦਾ ਬੰਦ ਹੈ ਤੇ ਅਕਾਲੀ ਦਲ ਕਹਿ ਰਿਹਾ ਕਿ ਜੀ ਅਸੀਂ ਉਹਦੇ ਵਿੱਚ ਹੀ ਜਾਮ ਲਾਵਾਂਗੇ। ਤੁਸੀਂ ਅਗਲੇ ਦਿਨ ਜਾਮ ਕਦੇ ਲਾ ਲਓ, ਤੇ ਵਿੱਚ ਤੁਸੀਂ ਕਿਉਂ ਉਹਦੇ ਸਿਸਟਮ ਦੇ ਵਿੱਚ ਉਹ ਕਰ ਰਹੇ ਹੋ? ਔਰ ਜਿਹੜੀਆਂ ਵੀ ਪਾਰਟੀਆਂ ਆਪਣੇ ਆਪਣੇ ਢੰਗ ਨਾਲ ਮਿਸ਼ਨ 22 ਤੱਕ ਹੀ ਸੀਮਤ ਹੋ ਕੇ ਉਸ ਲੈਵਲ ਦੀ ਗੱਲ ਕਰ ਰਹੀਆਂ ਨੇ, ਉਹਨਾਂ ਨੂੰ ਉਦੋਂ ਵੱਡੇ ਪੱਧਰ ਤੇ ਗੰਭੀਰਤਾ ਨਾਲ ਆਉਣਾ ਪਏਗਾ ਕਿ ਇਹ ਪੰਜਾਬੀਆਂ ਦਾ ਅੰਦੋਲਨ ਹੈ, ਇਹ ਦੇਸ਼ ਦੇ ਲੋਕਾਂ ਦਾ ਅੰਦੋਲਨ ਹੈ, ਸਧਾਰਨ ਲੋਕਾਂ ਦਾ ਅੰਦੋਲਨ ਹੈ, ਤੇ ਉਹਨੂੰ ਪਹਿਲਾਂ ਸਫਲ ਬਣਾਓ। ਉਦੋਂ ਬਾਅਦ ਰਾਜ ਕਿਹਨੇ ਕਰਨਾ, ਕੀ ਨਹੀਂ ਕਰਨਾ, ਇਹ ਉਦੋਂ ਬਾਅਦ ਦੇ ਸਵਾਲ ਨੇ। ਤੇ ਦੂਜੀ ਗੱਲ ਇਹ ਹੈ ਕਿ ਮੇਰਾ ਖਿਆਲ ਹੈ ਮੂਵਮੈਂਟ ਇਸ ਲੈਵਲ ਤੇ ਵੀ ਵਧੇਗੀ ਅੱਗੇ, ਕਿਉਂਕਿ ਗ੍ਰਾਮ ਸਭਾਵਾਂ ਨੇ ਮਤੇ ਪਾਤੇ, ਮਤੇ ਪਾ ਕੇ ਰੱਖ ਲਏ, ਰੱਖਣਾ ਤਾਂ ਉਹਦਾ ਕੋਈ ਹੱਲ ਨਹੀਂ ਹੈ। ਔਰ ਇਦੋਂ ਬਾਅਦ ਇੱਕ ਮੂਵਮੈਂਟ ਬਣ ਜੂਗੀ ਜੇ 10-10 ਪਿੰਡ, 5-5 ਪਿੰਡ ਜਾਂ ਹਰ ਪੰਚਾਇਤ ਮਤਾ ਪਾ ਕੇ ਐਸਡੀਐਮ ਦੇ ਜਾਂਦੀਆਂ ਨੇ, ਥਰੂ ਐਸਡੀਐਮ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਤੇ ਚੀਫ ਮਿਨਿਸਟਰ ਨੂੰ, ਤੇ ਉਹ ਮਤਿਆਂ ਦੀਆਂ ਕਾਪੀਆਂ ਭੇਜਦੀਆਂ ਨੇ ਮੰਗ ਪੱਤਰ ਦੇ ਰੂਪ ਦੇ ਵਿੱਚ ਦੇ ਕੇ। ਤਾਂ ਜਦੋਂ 13,000 ਗ੍ਰਾਮ ਸਭਾ ਦਾ ਮਤਾ ਤੇ ਸੈਂਕੜੇ ਵਾਰਡ ਸਭਾਵਾਂ ਦੇ ਮਤੇ ਪ੍ਰਧਾਨ ਮੰਤਰੀ ਦੀ ਡਾਕ 'ਚ ਗਿਰਨਗੇ ਜਾ ਕੇ, ਤੇ ਰਾਸ਼ਟਰਪਤੀ ਦੀ ਡਾਕ 'ਚ ਗਿਰਨਗੇ ਜਾ ਕੇ, ਤੇ ਚੀਫ ਮਿਨਿਸਟਰ ਤੇ ਗਿਰਨਗੇ, ਤਾਂ ਇੱਕ ਅਹਿਸਾਸ ਹੋਏਗਾ ਕਿ ਲੋਕ ਕਿਸ ਲੈਵਲ ਤੇ ਕਰਦੇ ਨੇ, ਤੇ ਇੱਕ ਮੂਵਮੈਂਟ ਬਣੇਗੀ ਪੰਜਾਬ 'ਚ ਕਿ ਉਹ ਸਾਰੇ ਲੋਕ ਲਗਾਤਾਰ ਕਚਹਿਰੀਆਂ 'ਚ ਜਾ ਰਹੇ ਨੇ, ਗੱਲ ਕਰ ਰਹੇ ਨੇ, ਇੱਕ ਲਗਾਤਾਰਤਾ ਮੂਵਮੈਂਟ ਦੇ ਵਿੱਚ ਆਏਗੀ। ਦੂਜੀ ਗੱਲ ਇਸ ਰੂਪ ਦੇ ਵਿੱਚ ਆਏਗੀ ਕਿ ਇਹ ਅਗਲਾ ਸਟੈਪ ਹੁਣ ਜਿਹੜਾ ਬਣਨਾ ਹੈ, ਤੇ ਮੈਨੂੰ ਲੱਗਦਾ ਕਿ ਫੈਡਰਲਿਜ਼ਮ ਦਾ ਸਟੈਪ ਬਣਨਾ ਹੈ, ਕਿਉਂਕਿ ਪੋਲੀਟੀਕਲੀ ਸਾਰੇ ਸੂਬੇ ਜੀਐਸਟੀ ਤੋਂ ਲੈ ਕੇ ਹੀ ਤੰਗ ਨੇ, ਕਿਉਂਕਿ ਉਹਨਾਂ ਨੂੰ ਕੇਂਦਰ ਸਰਕਾਰ ਉਹ ਹਿੱਸਾ ਵੀ ਨਹੀਂ ਦੇ ਰਿਹਾ ਜੀਐਸਟੀ ਦੇ ਤੌਰ ਤੇ। ਰਾਜਾਂ ਦੇ ਹੱਕਾਂ ਤੇ ਛਾਪਾ ਵੱਜ ਰਿਹਾ ਲਗਾਤਾਰ ਬੁਰੀ ਤਰ੍ਹਾਂ, ਇਹਦੇ ਨਾਲ ਵੀ ਵੱਜ ਰਿਹਾ, ਖੇਤੀ ਆਰਡੀਨੈਂਸਾਂ ਨਾਲ ਵੀ। ਜਿਹੜੇ ਸੂਬੇ ਖੇਤੀ ਦੇ ਤੌਰ ਤੇ ਹੀ ਇਸ ਮਾਮਲੇ ਦੇ ਵਿੱਚ ਤੋਂ ਤੰਗ ਨੇ, ਹਰਿਆਣਾ, ਪੰਜਾਬ, ਉਹ ਤਾਂ ਫੈਡਰਲਿਜ਼ਮ ਤੇ ਖੇਤੀ ਦੇ ਅੰਕੜਿਆਂ ਕਰਕੇ ਹੀ ਹੈਗੇ ਨੇ, ਪਰ ਬਹੁਤ ਸੂਬੇ ਜੀਐਸਟੀ ਕਰਕੇ ਹੈਗੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਪਿੱਛੇ ਹਟਾਉਣ ਦਾ ਇਹੀ ਜ਼ਰੀਆ ਹੋਏਗਾ ਕਿ ਇਹ ਮੂਵਮੈਂਟ ਦਾ ਦਾਇਰਾ ਵਿਸ਼ਾਲ ਹੋਏਗਾ ਦੇਸ਼ ਦੇ ਵਿੱਚ। ਦੇਸ਼ ਦੇ ਬਾਕੀ ਸੂਬੇ ਵੀ ਨਾਲ ਆਉਣਗੇ, ਉਹ ਇਹਨਾਂ ਬਿੱਲਾਂ ਦੇ ਖਿਲਾਫ ਵੀ ਆਉਣਗੇ, ਬਿਜਲੀ ਸੋਧ ਬਿੱਲ ਦੇ ਖਿਲਾਫ ਵੀ ਆਉਣਗੇ, ਕਿਰਤ ਕਾਨੂੰਨ ਜਿਹੜੇ ਕੋਰਟ ਦੇ ਵਿੱਚ ਬਦਲ ਕੇ ਕਿਰਤੀਆਂ ਦੇ ਹੱਕ ਖੋਲੇ ਨੇ। ਕੇਵਲ 2% ਕਿਰਤੀ ਬਚਿਆ ਜਿਨ੍ਹਾਂ ਨੂੰ ਕੱਢਿਆ ਨਹੀਂ ਜਾ ਸਕਦਾ ਬਿਨਾਂ ਨੋਟਿਸ ਦਿੱਤੇ, ਤੇ ਹੁਣ ਆ ਨਵੇਂ ਕਾਨੂੰਨ ਨਾਲ ਤਾਂ ਇਹ ਕਰਤਾ ਕਿ 300 ਤੱਕ ਦੀ ਮਤਲਬ ਮਜ਼ਦੂਰਾਂ ਵਾਲੀ ਫੈਕਟਰੀ ਦੇ ਵਿੱਚੋਂ ਬਿਨਾਂ ਦੱਸੇ ਜਿਹਨੂੰ ਮਰਜ਼ੀ ਕੱਢਿਆ ਜਾ ਸਕਦਾ। ਇਹ 98% ਮਜ਼ਦੂਰ ਤੇ ਲਾਗੂ ਹੋ ਗਿਆ, ਕੇਵਲ 2% ਬਚਣਗੇ।
ਇਸੇ ਲਈ ਮਜ਼ਦੂਰਾਂ ਦੇ ਵੀ ਉਹ ਸਵਾਲ ਨੇ ਤੇ ਕਿਸਾਨਾਂ ਦੇ ਵੀ ਉਹ ਸਵਾਲ ਨੇ ਤੇ ਸਿੱਖਿਆ ਨੀਤੀ ਆ ਹੀ ਰਹੀ ਹੈ, ਉਹਦੇ 'ਚ ਵੀ ਇਹੀ ਕੁਛ ਉਸੇ ਪੱਧਰ ਦੇ ਉੱਤੇ ਹੋ ਰਿਹਾ ਔਰ ਇਹ ਬਹੁਤ ਵੱਡਾ ਸਵਾਲ ਹੈ। ਔਰ ਜੰਮੂ ਕਸ਼ਮੀਰ ਦਾ ਅੱਜ ਡਾਕਟਰ ਫਾਰੂਕ ਅਬਦੁੱਲਾ ਨੇ ਇੱਕ ਬਹੁਤ ਬਿਆਨ ਦਿੱਤਾ ਜਿਹੜਾ ਸੈਂਸਿਟਿਵ ਹੈ, ਜਿਹੜਾ ਸ਼ਾਇਦ ਉਹਨਾਂ ਦੀ ਨਿਰਾਸ਼ਤਾ 'ਚੋਂ ਹੀ ਆਇਆ ਕਿ ਸਾਨੂੰ ਨਹੀਂ ਕਰਨ ਦਿੰਦੇ। ਉਹ ਕਹਿੰਦੇ ਕਸ਼ਮੀਰੀ ਲੋਕ ਭਾਰਤੀ ਰਾਜ ਆਪਣੇ ਤੇ ਨਹੀਂ ਚਾਹੁੰਦੇ, ਉਹ ਚਾਈਨੀ ਰਾਜ ਚਾਹੁੰਦੇ ਨੇ। ਮੈਨੂੰ ਲੱਗਦਾ ਕਿਸੇ ਜਿਹੜੇ ਦੇਸ਼ ਨਾਲ ਟਕਰਾਅ ਚੱਲ ਰਿਹਾ ਉਹਦੇ ਬਾਰੇ ਇਸ ਲੈਵਲ ਦੀ ਇੱਕ ਵੱਡੇ ਲੀਡਰ ਵੱਲੋਂ ਜਿਹੜਾ ਇੰਨੇ ਵਾਰ ਚੀਫ ਮਿਨਿਸਟਰ ਰਿਹਾ ਹੋਵੇ ਤੇ ਪਾਰਲੀਮੈਂਟ ਦਾ ਮੈਂਬਰ ਹੈ, ਇਹ ਸ਼ਾਇਦ ਅੰਦਰਲੇ ਦਰਦ ਔਰ ਦੁੱਖ 'ਚੋਂ ਹੀ ਨਿਕਲ ਸਕਦਾ, ਨਹੀਂ ਤਾਂ ਨਹੀਂ ਨਿਕਲ ਸਕਦਾ ਜਿਹੜਾ ਬੰਦਾ ਉਹਦੇ ਨਾਲ ਸੀ। ਇਹਨਾਂ ਲੋਕਾਂ ਦੀਆਂ ਭਾਵਨਾਵਾਂ ਬਾਰੇ ਔਰ ਫੈਡਰਲਿਜ਼ਮ ਦੇ ਤੋੜੇ ਜਾ ਰਹੇ ਸਟਰਕਚਰ ਬਾਰੇ ਵੀ ਸੋਚਣਾ ਪਵੇਗਾ ਕੇਂਦਰ ਨੂੰ ਔਰ ਇਹ ਬਹੁਤ ਵੱਡਾ ਕੁਐਸਚਨ ਹੈ ਆਉਣ ਵਾਲੇ ਦਿਨਾਂ 'ਚ। ਮੈਨੂੰ ਉਮੀਦ ਹੈ ਕਿ ਇਹ ਲੜਾਈ ਐਡੀ ਛੋਟੀ ਕੱਲੀ MSP ਤੱਕ ਨਹੀਂ ਖੜੂਗੀ, ਕਿਉਂਕਿ ਬਾਕੀ ਦਾ ਜਾਲ ਵੀ ਬੁਣਿਆ ਜਾ ਰਿਹਾ ਹੈ ਇਕੱਲੇ ਕਣਕ ਝੋਨੇ ਤੋਂ ਇਲਾਵਾ ਵੀ ਰਾਜਾਂ ਦੇ ਆਲੇ ਦੁਆਲੇ, ਰਾਜਾਂ ਦੇ ਲੋਕਾਂ ਦੇ ਆਲੇ ਦੁਆਲੇ। ਕੇਂਦਰ ਦੀ ਉਸ ਕੇਂਦਰੀਕਰਨ ਦੀ ਮਾਨਸਿਕਤਾ ਦਾ ਜਵਾਬ ਵੀ ਦੇਣਾ ਪਊਗਾ ਜਿੱਥੇ ਇਹਨਾਂ ਕਾਨੂੰਨਾਂ ਤੇ ਮੂਵਮੈਂਟ ਹੈ ਔਰ ਉਸ ਪਾਸੇ ਜਦੋਂ ਮੂਵਮੈਂਟ ਲੰਮੇ ਦਾਅ ਤੇ ਚੱਲੇਗੀ ਤਾਂ ਸ਼ਾਇਦ ਰਿਵਿਊ ਕਰਨ ਲਈ ਗਵਰਨਮੈਂਟ ਆਫ ਇੰਡੀਆ ਵੀ ਤਿਆਰ ਹੋ ਜਾਏ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਜਿਨ੍ਹਾਂ ਨੇ ਸਾਡੇ ਨਾਲ ਵਿਚਾਰ ਸਾਂਝੇ ਕਰਦੇ ਦੱਸਿਆ ਵੀ ਕਿ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਜਿਹੜਾ ਸੰਘਰਸ਼ ਹੈ ਉਹ ਗ੍ਰਾਮ ਸਭਾਵਾਂ ਸਮੇਤ ਹੋਰਨਾਂ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਸ਼ਮੂਲੀਅਤ ਦੇ ਨਾਲ ਇੱਕ ਲੋਕ ਅੰਦੋਲਨ ਦਾ ਰੂਪ ਧਾਰਨ ਕਰ ਚੁੱਕਾ ਹੈ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਦੇਸ਼ ਭਰ ਦੇ ਵਿੱਚ ਚੱਲ ਰਹੇ ਇਸ ਲੋਕ ਅੰਦੋਲਨ ਅੱਗੇ ਕੇਂਦਰ ਸਰਕਾਰ ਝੁਕਦੀ ਹੈ ਜਾਂ ਨਹੀਂ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।